मॉर्निंग स्टूडेंट्स पुत्र अपना नैक्सट टॉपिक है सिमेट्रिक एलीमेंट्स ऑफ क्रिस्टल। ਜਿਹੜੇ ਆਪਾਂ फंडामेंटल सिमेट्री एलीमेंट्स पढ़े क्रिस्टल ਦੇ ਉਹਦੀਆਂ तीन टाइप्स ਹੁੰਦੀਆਂ जी एक्सिस ऑफ सिमेट्री, प्लेन ऑफ सिमेट्री ਤੇ सेंटर ऑफ सिमेट्री। ਕੱਲੇ ਕੱਲੇ ਨੂੰ ਆਪਾਂ डिस्कस करना। ਪਹਿਲਾਂ ਆਪਾਂ ਉਹਨੇ एक्सिस ऑफ सिमेट्री ਦੇ ਇਹਦੀਆਂ सिर्फ डेफिनेशन ਹੁੰਦੀਆਂ ਨੇ पेपर 'ਚ। एक्सिस ਦਾ मतलब ਹੁੰਦਾ ਜਿੱਧਰ ਨੂੰ ਕੋਈ ਚੀਜ਼ ਰੋਟੇਟ ਕਰਦੀ। ਹੁਣ ਮੈਂ ਇੱਕ ਕਿਊਬ ਕੰਸੀਡਰ ਕੀਤੀ, ਮੰਨ ਲਓ ਆਹ ਕੀ ਆ ਉਹਦੀਆਂ एक्सिस। मैं 90 नॉर्मल एक ड्रॉ किया, 90 ਮੈਨੂੰ ਪਤਾ थीटा ਕੀ ਹੋ ਗਿਆ ਫਿਰ 90 डिग्री, ਤੇ ਆਹ ਕੀ ਹੋ ਗਈ ਉਹਦੀ रोटेशन। ਹੁਣ ਆਪਾਂ ਇੱਕ ਚੀਜ਼ ਪੜ੍ਹ ਲਈਏ एक्सिस ऑफ सिमेट्री ਦੇ ਵਿੱਚ कि देखो उन्हें कहा कि इमेजिनरी लाइन पास थ्रू द सेंटर ऑफ द क्रिस्टल सो दैट रोटेशन ऑफ क्रिस्टल अबाउट द एक्सिस ब्रिंग्स द क्रिस्टल इनटू सैल्फ कोइनसाइड। ਜਦੋਂ ਹੀ ਉਹ ਇਹਦੇ एक्सिस ਦੇ मतलब राउंड अबाउट रोटेट करूगी, ठीक आ। फिर एक चीज़ देखो उन्हें कहा एक ਜਾਂ ਇੱਕ ਤੋਂ ਜ਼ਿਆਦਾ ਇਹਦੇ एक्सिस हो सकते हैं, ठीक आ। ਉਹਨੂੰ ਆਪਾਂ ਕੀ ਕਹਿੰਦੇ ਆ एक्सिस सिमेट्री। ਹੁਣ ਇਹਦੀ ਇੱਕ ਸਿੰਪਲ ਜੀ ਗੱਲ ਯਾਦ ਰੱਖਿਓ ਕਿ ਇੱਕ ਐਗਜ਼ਾਮਪਲ ਮੈंने ਦਿੱਤੀ कि मान लो ਆਪਾਂ ਇੱਕ ਕਿਊਬ ਕੰਸੀਡਰ ਕੀਤਾ, ਉਹ ਰੋਟੇਟ ਕਰਦਾ ਆਪਦੇ ਵਰਟੀਕਲ ਐਕਸਿਸ ਦੇ ਰਾਊਂਡ ਅਬਾਊਟ। ਆਪਾਂ ਕਿਹਾ ਵਰਟੀਕਲ ਐਕਸਿਸ ਪਰਪੈਂਡੀਕੂਲਰ ਆ ਕਾਹਦੇ ਉਹਦੇ ਪਲੇਨ ਦੇ। ਕਿਹੜੇ ਪਲੇਨ 'ਤੇ ਜਿਹੜਾ ਪਾਸ ਕਰਨ ਡਿਆ ਸੈਂਟਰ 'ਚੋਂ। ਜੋ ਸੈਂਟਰ 'ਚੋਂ ਪਾਸ ਕਰਦਾ ਇਹਦਾ ਮਤਲਬ ਰੋਟੇਸ਼ਨ ਕਿੰਨੇ ਦੇ ਐਂਗਲ 'ਤੇ ਹੋਊਗੀ ਫਿਰ 90 ਡਿਗਰੀ ਦੇ ਹਰ ਕਿਊਬ ਦੀ, ਠੀਕ ਹੈ। ਕਿਊਬ ਇਜ਼ ਬੌਟ ਇਨ ਟੂ ਸੈਲਫ ਕੋਇਨਸਾਈਡ ਆਪਾਂ ਪੜ੍ਹਿਆ ਪਿੱਛੇ। ਇਹਦਾ ਮਤਲਬ ਇਹਦੇ 4 ਕੌਨਕੂਰੈਂਟ ਪੋਜੀਸ਼ਨਸ ਹੋਣਗੀਆਂ, ਫਿਰ ਹੀ ਉਹ ਇੱਕ ਰੋਟੇਸ਼ਨ ਨੂੰ ਕੰਪਲੀਟ ਕਰੂਗਾ। ਅਤੇ ਉਹਨੂੰ ਆਪਾਂ ਕੀ ਕਹਿੰਦੇ ਹਾਂ 4 ਫੋਲਡ ਸਿਮਿਟਰੀ ਜਾਂ ਫਿਰ ਟੈਟਰੈਡ। ਜਿਹੜੀ 4 ਫੋਲਡ ਸਿਮਿਟਰੀ ਹੁੰਦੀ ਹੈ ਉਹਨਾਂ ਨੂੰ 360/n ਨਾਲ ਡਿਨੋਟ ਕਰੀਦਾ, ਮਾੜਾ ਜਿਹਾ ਚੇਤੇ ਰੱਖਿਓ, ਠੀਕ ਆ। ਹੁਣ ਇਹਦੇ 'ਚ ਹੁੰਦਾ ਕਿ ਜੇ n1 ਹੋਵੇ ਇਹਦਾ ਮਤਲਬ ਕ੍ਰਿਸਟਲ ਜਿਹੜਾ ਰੋਟੇਟ ਕਰੂਗਾ 360 ਡਿਗਰੀ 'ਤੇ, ਅਤੇ ਜੇ n2 3 4 5 ਜੋ ਵੀ ਆ ਫਿਰ ਉਹ ਜਾਂ ਤਾਂ 2 ਫੋਲਡ ਜੋ ਇੱਥੇ ਆਈ ਗਿਆ ਨਾ ਉਹੀ ਫੋਲਡ ਲਿਖੀ ਜਾਣਾ ਨਾਲ, ਬਸ 2 ਹੋਇਆ 2 ਫੋਲਡ 3 ਫੋਲਡ 4 ਫੋਲਡ 6 ਫੋਲਡ ਸਿਮਿਟਰੀ ਬਣਦੀ ਜਾਊਗੀ, ਠੀਕ ਆ। ਅਤੇ ਆਪਾਂ ਨੂੰ ਪਤਾ 2 ਹੋਵੇ ਤਾਂ ਆਪਾਂ ਡਾਇਡੈਕਸ ਜਾਂ ਡਬਲ ਐਕਸ ਕਹਿ ਦਿੰਦੇ, 3 ਹੋਵੇ ਤਾਂ ਟਰਾਈਡੈਕਸ, 4 ਹੋਵੇ ਤਾਂ ਟੈਟਰੈਡ, 6 ਹੋਵੇ ਤਾਂ ਹੈਕਸਾਈਡ ਐਕਸਿਸ ਰਿਸਪੈਕਟਿਵਲੀ। ਇਹ ਇਹਨਾਂ ਦੇ ਨਾਂ ਹੁੰਦੇ ਆ, ਬਸ ਇੰਨਾ ਸਮਝਿਓ ਤੁਸੀਂ, ਠੀਕ ਆ। ਹੁਣ ਆਪਾਂ ਇਹਦੀ ਡੈਰੀਵੇਸ਼ਨ ਕਰਨੀ ਜੇ। ਆਪਾਂ ਨੂੰ ਐਕਸਪਲੇਨੇਸ਼ਨ ਕੰਟੈਂਟ ਦਿੱਤਾ ਆ ਡਾਇਗਰਾਮ ਆ 3 ਡਾਇਮੈਂਸ਼ਨ ਸਿਸਟਮ ਦੀ। ਆਪਾਂ ਕਿਹਾ A ਅਤੇ B 2 ਪੁਆਇੰਟਸ ਆ, ਕਲੋਜ਼ੈਸਟ ਪੁਆਇੰਟਸ ਆ ਕ੍ਰਿਸਟਲ ਦੇ, ਸੱਚ ਦੈਟ AB ਇਜ਼ ਇਕੁਅਲ ਟੂ ਸਮੋਲ a। ਉਹਨੂੰ ਆਪਾਂ ਪ੍ਰਿਮਿਟਿਵ ਟਰਾਂਸਲੇਸ਼ਨ ਵੈਕਟਰ ਕਹਿੰਦੇ। ਮੈਂ ਬਾਅਦ 'ਚ ਸਮਝਾਊਂ ਪ੍ਰਿਮਿਟਿਵ ਕੀ ਹੁੰਦਾ, ਅੱਗੇ ਜਾ ਕੇ ਆਉਣਾ ਸਿਲੇਬਸ 'ਚ, ਠੀਕ ਆ। ਇੱਧਰ ਦੇਖੋ ਪਹਿਲਾਂ ਮੈਂ ਇਹਦੇ ਉੱਪਰ ਇੱਕ ਰੈਕਟੈਂਗਲ ਡਰੋ ਕੀਤੀ ਹੈ, ਧਿਆਨ ਨਾਲ ਦੇਖੋ, ਠੀਕ ਆ। ਟਰਾਂਸਲੇਸ਼ਨਲ ਵੈਕਟਰ ਫਾਈਂਡ ਆਊਟ ਕਰਨ ਦੇ ਲਈ ਉਹਨੂੰ ਮੈਂ ਨਾਂ ਦਿੱਤਾ A B C ਅਤੇ D, ਠੀਕ ਆ। ਪਹਿਲੇ ਦਾ A ਪੁਆਇੰਟ ਤੱਕ ਦਾ ਡਿਸਟੈਂਸ R1 ਆ, B ਤੱਕ ਦਾ ਕੀ ਆ R2, ਸਿਮਿਲਰਲੀ C ਅਤੇ D, ਠੀਕ ਆ। ਇੱਕ ਸੈਂਟਰ ਦੇ ਵਿੱਚੋਂ ਦੀ ਲਾਈਨ ਪਾਸ ਕਰਾਈ ਹੈ ਜਿਹੜੀ ਕਿ D ਪੁਆਇੰਟ 'ਤੇ ਜਾ ਕੇ ਮਿਲਦੀ ਆ, ਉਹਨੂੰ R2 ਡੈਸ਼ ਕਹਿ ਤਾ, ਠੀਕ ਆ। ਸਿਮਿਲਰਲੀ ਇੱਧਰ ਇੱਕ ਡਰੋ ਕਰਤੀ ਮੈਂ ਇਨਵਰਟਡ ਲਾਈਨਸ। ਅੱਛਾ ਹੁਣ ਧਿਆਨ ਨਾਲ ਦੇਖੋ, ਆਪਾਂ ਕਿਹਾ A ਅਤੇ B 2 ਕਲੋਜ਼ੈਸਟ ਪੁਆਇੰਟ ਆ ਕ੍ਰਿਸਟਲ 'ਤੇ। ਇਹਦਾ ਮਤਲਬ A B ਕਾਹਦੇ ਇਕੁਅਲ ਹੋ ਗਿਆ ਫਿਰ ਸਮੋਲ a ਦੇ, ਲਿਖਤਾ ਮੈਂ। ਹੁਣ ਕਿਹਾ ਲੈਟ R1 ਐਂਡ R2, R1 ਆਹ ਵਾਲਾ ਅਤੇ R2 ਦੋਵੇਂ ਕੀ ਆ ਪੋਜੀਸ਼ਨ ਵੈਕਟਰ ਕਾਹਦੇ, ਇੱਕ A ਦਾ ਦੂਜਾ ਕਾਹਦਾ B ਦਾ। ਆਹ ਵੇਖੋ ਆ A ਦਾ ਵਾ ਅਤੇ ਆਹ ਕਾਹਦਾ ਵਾ B ਦਾ, ਠੀਕ ਆ। ਕਾਹਦੇ ਰਿਸਪੈਕਟ ਆ ਓਰੀਜਨ ਦੇ, ਕਾਹਦੇ ਕੋਆਰਡੀਨੇਟਸ ਨੇ O X Y ਅਤੇ Z ਦੇ, ਠੀਕ ਆ। ਹੁਣ ਆਪਾਂ ਕੀ ਕਹਿਣਾ ਕਿ ਲੈਟ ਦੀ X ਐਕਸਿਸ ਬੀ ਐਕਸਿਸ ਥਰੂ O ਪਰਪੈਂਡੀਕੂਲਰ ਟੂ ਦੀ ਪਲੇਨ ਆਫ ਦੀ ਪੇਪਰ। ਸਪੋਜ਼ ਕਰੋ ਕਿ ਜਿਹੜੀ X ਐਕਸਿਸ ਆ, ਠੀਕ ਆ, ਉਹ ਪੈਰਲਲ ਆ ਕਾਹਦੇ A ਪੁਆਇੰਟ 'ਤੇ। ਆਹ A ਪੁਆਇੰਟ ਆ ਇਹਦੇ ਪੈਰਲਲ ਹੀ ਆ ਨਾ X ਐਕਸਿਸ, ਠੀਕ ਆ। ਇਹਦਾ ਮਤਲਬ ਮੈਂ ਕਹਿੰਦੀ ਹਾਂ ਕਿ N ਫੋਲਡ ਐਕਸਿਸ ਰੋਟੇਸ਼ਨ ਹੋਊਗੀ। ਆਪਾਂ ਸਪੋਜ਼ ਕੀਤਾ ਵੀ N ਫੋਲਡ ਹੋਊਗੀ। ਜੇ N ਫੋਲਡ ਦਾ ਮਤਲਬ ਥੀਟਾ ਕੀ ਹੋਊਗਾ 2π/N। ਕਿਉਂ? ਕਿਉਂਕਿ ਹੁੰਦਾ 360, ਪਾਈ ਹੁੰਦਾ 180, ਕਿਉਂਕਿ ਹੋ ਗਿਆ 2π 360 ਯਾਨੀ ਕਿ 2π/N। ਇਹ ਆਪਾਂ ਨੂੰ ਕਿੱਥੋਂ ਪਤਾ ਲੱਗਾ A ਪੁਆਇੰਟ ਤੋਂ। ਕਿਉਂ? ਕਿਉਂਕਿ ਇਹ ਐਂਟੀ ਕਲੋਕਵਾਈਜ਼ ਘੁੰਮਦੀ ਹੈ। ਜੇ ਐਂਟੀ ਕਲੋਕਵਾਈਜ਼ ਦਾ ਦੈਟਸ ਵਾਈ ਆਪਾਂ ਇਹਦੀ ਡਾਇਰੈਕਸ਼ਨ ਦਿੱਤੀ ਆ। ਸਿਮਿਲਰਲੀ ਆਪਾਂ ਲਿਖਤੀ B ਦੇ ਅਲੋਂਗ, ਠੀਕ ਆ। ਫਿਰ ਆਪਾਂ ਕਹਿ ਤਾ ਇੱਧਰ ਦੇਖੋ O ਤੋਂ C ਤੱਕ ਦਾ ਡਿਸਟੈਂਸ R1 ਡੈਸ਼ ਆ ਅਤੇ O ਤੋਂ D ਤੱਕ ਦਾ ਡਿਸਟੈਂਸ ਕੀ ਆ R2 ਡੈਸ਼, ਉਹ ਵੀ ਇੱਥੇ ਲਿਖਤਾ ਆਪਾਂ, ਠੀਕ ਆ। ਫਿਰ ਆਪਾਂ ਕਹਿ ਤਾ ਇਹ ਕੀ ਆ ਨਿਊ ਪੋਜੀਸ਼ਨ ਵੈਕਟਰਸ ਕਾਹਦੇ ਲੈਟਿਸ ਦੇ। ਹੁਣ ਅਸੀਂ ਕਿਹਾ C ਅਤੇ D, ਦੇਖੋ C ਅਤੇ D ਪੈਰਲਲ ਆ ਕਾਹਦੇ A ਅਤੇ B ਦੇ, ਉਹ ਆਪਾਂ ਸਾਰਾ ਕੁਝ ਇਹਦੇ 'ਚ ਲਿਖੀ ਜਾਣਾ। ਫਿਰ ਆਪਾਂ ਕਹਿ ਤਾ ਜੇ C ਅਤੇ D ਪੈਰਲਲ ਆ A ਅਤੇ B ਦੇ, ਦੈਟ ਮੀਨ
उस डायग्राम का एक हिस्सा इत्थे ड्रॉ किया जिवें ए तो बी सी तो डी दे पैरल आ, ठीक आ, एवें दी शेप दी ना डायग्राम जिते जाके इक्वल होंदी है उन्होंने ए डैश बी डैश कहता। मान लो उन्हें कहा भी जे आ दोवें बराबर आ ए दे तो फिर जे ये थोड़ी जिनी मूव किए है किसी पर्टिकुलर एंगल से तो कोई डिस्टेंस भी कवर किया होगा, कोई टाइम क्यू नूं आपां टाइम मान लेंगे हैं, इस करके उत्ते लिखा क्यू टाइम्स द मैगनीट्यूड ऑफ ए। ठीक है, मैगनीट्यूड का मतलब होंदा मल्टीप्लीकेशन। ओके, सो इस करके कन्फ्यूज ना हो। अच्छा, अगर आपां आ अपने को 90 डिग्री होंदा परपेंडिकुलर हो जाऊगा, हुण जे मैं आ एंगल लेना तो 90 माइनस थीटा ही होगा ना, जो थीटा माइनस 90 सिमिलरली आ चीज़ होगी। ठीक है, इतों तक क्लीयर। हुण आपां कहता मान लो सी ते डी काहदे इक्वल हो जाऊगा, क्यू ते ए दे। क्यू की है एक इंटीजर, मैगनीट्यूड नूं हटा भी दोगे तो कोई चक्कर नहीं, ला भी दोगे कोई गल नहीं। ठीक है, इन्हूं मैं लिखता इक्वेशन नंबर 1। फिर मैं क्या पॉइंट ए तो मैं ड्रॉ किया ए डैश एंड बी तो ड्रॉ हो गए बी डैश। ये परपेंडिकुलर है काहदे सी ते डी दे, इस लाइन के दोवें परपेंडिकुलर है ना। ठीक है, ध्यान नाल देखो, जो दोवें परपेंडिकुलर है मतलब सी डी काहदे बराबर होगा, फिर सी इधर देखो सी डी टोटल कढ़ना ना, सी ए डैश प्लस ए बी डैश प्लस बी डैश डी, जिन्ने पॉइंट आते सारे का सम कर दीदा होंगे जे आप एंड वाले फाइंड आउट करने हो तो इहो करीदा ना। इनू लिखता इक्वेशन नंबर 2। बट हुण आपां नूं एक ट्रैंगल बन गई अपने कोल सी ए डैश, इत्थे एक ट्रैंगल बन गई ना। जे एक ट्रैंगल बनती आ, इहदा आपां नूं पहिलां ही दिता वा एंगल, वो की है साइन, आपां नूं पता इधर नूं आपां साइन कंसिडर करते हैं, साइन थीटा माइनस 90, जां तुसीं कह सकते हो साइन 90 माइनस थीटा। काहदे इक्वल होगा फिर, बेस ओवर परपेंडिकुलर होंदा ना, वो क्या हो गया, बेस की हो गया सी ए डैश परपेंडिकुलर, ओ सॉरी बेस ओवर हाइपोटेन्यूज सी ए डैश बाय सी ए। ठीक है, साइन 90 माइनस थीटा की होंदा माइनस कॉस थीटा, आ सारी चीज़ इदां ही। तो सी ए की मेरे को वैल्यू दी है काहदे बराबर है, स्मॉल ए दी, एदी जगह तो फिर मैं कि लिखता स्मॉल ए। हुण जे मैं इत्थों सी ए डैश की वैल्यू कढ़नी हो, आ दोवें क्रॉस मल्टीप्लाई हो जाने, फिर वो की बनना सी ए डैश इज इक्वल टू माइनस ए कॉज ऑफ थीटा। इत्थों तक क्लीयर। फिर मैं सिमिलरली दूसरी ट्रायंगल ली कि बी डैश ते डी, आ वाला हिस्सा इत्थे भी मेरे को साइन ही बनना, साइन 90 माइनस थीटा कर लो, थीटा माइनस 90 कोई चक्कर नहीं, काहदे इक्वल होगा, फिर तो सेम चीज़ क्या होगा, बेस बी डी डैश हाइपोटेन्यूज डिवाइडेड बाय वो क्या होगा बी डी। ठीक है, हुण फिर तो आपां नूं बी डी की वैल्यू दी है कितनी ए, फिर मेरे को क्या बन गया कॉज 90 माइनस थीटा काहदे बराबर होंदा, कॉज 90 माइनस थीटा होंदा कॉस ऑफ थीटा। हुण थीटा माइनस 90 है, तां करके माइनस कॉस ऑफ थीटा, माइनस कॉस ऑफ थीटा के बराबर हो गया ना 90 माइनस थीटा साइन। इससे आ गया बी डी की जगह तो मैं की लिखता फिर ए। ठीक है, वो बाद आपां ए लिखण के बाद आपां की कीता बी डैश डी, यदि मैं वैल्यू कढ़नी है तो इन्होंने दोवां क्रॉस मल्टीप्लाई हो जाना, यहो चीज़ बननी है। ठीक है, सिमिलरली फिर मैं कह सकती हाँ कि जे मैं ए डैश बी डैश की वैल्यू कढ़ना, यानी कि मैं कह सकती ए डैश बी डैश बराबर आ ए बी दे, दोवें काहदे बराबर आ ए दे, क्यों क्योंकि दोवें पैरेलल आ ते इक्वल आ, कह सकते हैं आपां। इहदा मतलब मैं वैल्यूज़ जिहड़ियां फाइंड आउट कीतियां ना सी ए डैश ते बी डैश डी ते ए बी डैश दियां, उन मैं पुट करदा एस इक्वेशन दे विच। जदों वैल्यूज़ पुट कीतियां की बनूगा सी डी इज़ इक्वल टू माइनस ए कॉज ऑफ थीटा प्लस ए माइनस ए कॉज ऑफ थीटा। अच्छा जी, हुण इत्थों देखो ध्यान नाल, आ भी मेरे को कॉज ऑफ थीटा, आ भी मेरे को कॉज ऑफ थीटा बन सकता ना, 2 टाइम्स कॉज ऑफ थीटा माइनस आऊगा नाल, फिर आ वाला ए इक्वल टू तो इधर जाके इत्थे लिखता मैं, आ हो गया माइनस 2 कॉज ऑफ थीटा। हुण ध्यान नाल देखो, अगर मैं इहदे चों ए कॉमन कड्ढां तो अंदर रह जाना वा इत्थे फिर आऊगा 1 माइनस 2 कॉज ऑफ थीटा। ठीक है, वो की होगी सी डी की वैल्यू, नहीं मैं लिखता इक्वेशन नंबर 3। हुण आपां कहने देयर फोर फ्रॉम इक्वेशन नंबर 1, फ्रॉम इक्वेशन नंबर 1 तो मैं सी डी की वैल्यू कढ़ी आ, तो इक्वेशन नंबर 3 च भी दोनों इक्वेशनस नूं जे मैं कंपेयर करा, इतों मैं कह सकती दा मतलब क्यू ए इज़ इक्वल टू ए इंटू 1 माइनस 2 कॉज ऑफ थीटा। ठीक है, लिख सकते हैं। हुण इधर देखो ए नाल ए कैंसल हो जूगी, मेरे को बचूगा क्यू इज़ इक्वल टू 1 माइनस 2 कॉज ऑफ थीटा। ये तो मैं कॉस थीटा की वैल्यू कढ़ा तो काहदे बराबर होगी, कॉस थीटा इज़ इक्वल टू 1 माइनस क्यू डिवाइडेड बाई टी, ओ सॉरी 2, दिस इज़ राइट इट एज इक्वेशन नंबर 4।
ਫਿਰ ਆਪਾਂ ਕਹਿਤਾ ਵੀ ਕਿਊ ਜਿਹੜਾ ਵਾ ਉਹ ਇੰਟੀਜ਼ਰ ਆ, ਵੇਰੀ ਕਰਦੇ ਆ ਉਹਦੀਆਂ ਵੈਲਿਊਜ਼ -v ਅਤੇ +v। ਉਹ ਕੀ ਹੋ ਗਿਆ 1 2 3 4 ਅਪ ਟੂ ਸੋ ਜਿੰਨੀਆਂ ਮਰਜ਼ੀ ਲਿਖ ਲਓ। ਫਿਰ ਅਸੀਂ ਇੱਕ ਕੇਸ ਕੰਸੀਡਰ ਕੀਤਾ ਕਿ ਜੇ ਕੋਸ ਥੀਟਾ ਲੈਸ ਦੈਨ ਜਾਂ ਇਕੁਅਲ ਹੋਵੇ 1 ਦੇ, ਫਿਰ ਜਿਹੜੀਆਂ ਵਾ ਕਿਊ ਦੀਆਂ ਵੈਲਿਊਜ਼ ਹੋਣਗੀਆਂ 0 ਤੋਂ ਲੈ ਕੇ +-2 ਤੱਕ ਵੇਰੀ ਕਰੂਗਾ। ਠੀਕ ਹੈ ਜੀ, ਇੱਕ ਚੀਜ਼ ਯਾਦ ਰੱਖਿਓ। ਫਿਰ ਆਪਾਂ ਕਹਿ ਸਕਦੇ ਹਾਂ ਕਿ ਸਿਮਿਲਰਲੀ ਆਪਾਂ ਕਿਊ ਦੀਆਂ ਬਾਕੀ ਵੈਲਿਊਜ਼ ਵੀ ਫਾਈਂਡ ਆਊਟ ਕਰ ਸਕਦੇ ਹਾਂ 2π/2 2π/3 ਅਪ ਟੂ ਸੋ ਔਨ। ਠੀਕ ਹੈ ਜੀ, ਫਿਰ ਆਪਾਂ ਇੱਕ ਗੱਲ ਕਹਿਤੀ ਕਦੋਂ ਫਾਈਂਡ ਆਊਟ ਕਰ ਸਕਦੇ, ਜਦੋਂ ਆਪਾਂ ਕਹਿੰਦੇ n ਦੀ ਵੈਲਿਊ ਕੀ ਹੋਊਗੀ 1 2 3 4, ਜੋ ਵੀ n ਦੀ ਵੈਲਿਊ ਨੂੰ ਆਪਾਂ ਇੱਥੇ ਲਿਖੀ ਜਾਣਾ ਨਾ, ਇਹੋ ਪੜ੍ਹਿਆ ਸੀ ਨਾ ਆਪਾਂ, ਉਹ ਕੀ ਸੀ 360/n। 360 ਕੀ ਹੁੰਦਾ 2π/n, n ਵੇਰੀ ਕਰਨ ਡਿਆ 1 2 3, ਇਹ ਪੋਸੀਬਲ ਵੈਲਿਊਜ਼ ਹੋ ਗਈਆਂ ਇਹਦੀਆਂ। ਠੀਕ ਆ, ਹੁਣ ਇਹਦੇ 'ਚ ਇੱਕ ਗੱਲ ਦਾ ਖਿਆਲ ਇੱਥੇ ਹੀ ਰੱਖ ਲਿਓ ਕਿ n ਆਲਵੇਜ਼ ਨਾਟ ਇਕੁਅਲ ਟੂ 5 ਫੋਲਡ ਸਿਮੈਟਰੀ ਕ੍ਰਿਸਟਲ 'ਚ ਐਗਜ਼ਿਸਟ ਨਹੀਂ ਕਰਦੀ। ਇਹ ਵੀ ਇੱਕ ਕੁਐਸਚਨ ਆਊਗਾ, ਆਪਾਂ ਅੱਗੇ ਜਾ ਕੇ ਪੜ੍ਹਨਾ ਵੀ ਆ। ਤਾਂ ਕਰਕੇ ਆਹ ਚੀਜ਼ ਬਣ ਗਈ ਆ ਕਿ n ਨਾਟ ਇਕੁਅਲ ਟੂ 5, ਦੈਟ ਮੀਨਸ 5 ਫੋਲਡ ਸਿਮੈਟਰੀ ਇਜ਼ ਨਾਟ ਪੋਸੀਬਲ ਇਨ ਕੇਸ ਆਫ ਕ੍ਰਿਸਟਲਸ। ਦੂਸਰੀ ਕੈਟੇਗਰੀ ਹੈਗੀ ਪਲੇਨ ਆਫ ਸਿਮੈਟਰੀ। ਪਲੇਨ ਸਿਮੈਟਰੀ ਦਾ ਮਤਲਬ ਹੈ ਇਮੈਜਨਰੀ ਪਲੇਨ ਥਰੂ ਦੀ ਸੈਂਟਰ ਆਫ ਕ੍ਰਿਸਟਲ ਵਿਚ ਡਿਵਾਈਡ ਦੀ ਕ੍ਰਿਸਟਲ ਇਨਟੂ 2 ਪਾਰਟਸ। ਆਪਾਂ ਕਹਿੰਦੇ ਹਾਂ ਕਿ ਅੱਧ ਕਰਦੀ ਹੈ ਕਿਸੇ ਕ੍ਰਿਸਟਲ ਦਾ, ਠੀਕ ਆ, ਉਹਨੂੰ ਕਹਿੰਦੇ ਪਲੇਨ ਸਿਮੈਟਰੀ। ਇੱਥੇ ਇਹਦਾ ਅੱਧ ਹੋ ਰਿਹਾ, ਇੱਥੇ ਇਹਦਾ ਕਿਊਬ ਕੰਸੀਡਰ ਕਰਨੇ ਆ, ਅਤੇ ਫਿਰ ਇਹ ਜਿੱਥੇ ਇਹਨਾਂ ਦਾ ਸੈਂਟਰ ਆ ਉਹ ਕੀ ਹੋ ਗਈ ਪਲੇਨ ਆਫ ਸਿਮੈਟਰੀ। ਨੂੰ ਆਪਣੀ ਵਰਡਿੰਗ 'ਚ ਵੀ ਲਿਖ ਲਈਦਾ। ਫੋਰ ਐਗਜ਼ਾਮਪਲ ਆਪਾਂ ਨੂੰ ਪਤਾ ਆਪਾਂ ਕਿਊਬ ਦਿੱਤੀ ਆ, ਦੇਅਰ ਆਰ 3 ਪਲੇਨਸ ਆ, ਠੀਕ ਆ, ਉਹ ਪਰਪੈਂਡੀਕੂਲਰ ਆ ਅਤੇ ਮਿਊਚੁਅਲੀ ਪੈਰਲਲ ਵੀ ਆ ਫੇਸ ਇੱਕ ਦੂਜੇ ਦੇ। ਕਿਉਂ? ਕਿਉਂਕਿ ਕਿਊਬ ਜਿਹੜੀ ਉਹ ਸੈਂਟਰ 'ਚੋਂ ਪਾਸ ਕਰ ਰਹੀ ਆ ਸਭ ਦੀ। ਠੀਕ ਆ, ਓਕੇ, ਇੱਕ ਆ ਵੀ ਬਣੀ ਆ ਵੀ ਸੈਂਟਰ ਹੀ ਆ। ਠੀਕ ਆ, ਇਹ ਕਾਹਦੀਆਂ ਟਾਈਪਸ ਨੇ ਸਾਰੀਆਂ ਪਲੇਨ ਸਿਮੈਟਰੀ ਦੀਆਂ। ਕਿੰਨੀਆਂ ਪਲੇਨ ਸਿਮੈਟਰੀਜ਼ ਨੇ ਇਹਦੇ ਵਿੱਚ ਬਣਦੀਆਂ 9। ਕਿੱਦਾਂ 9 ਬਣ ਗਈਆਂ 1 2 3 ਫੇਸ ਕਾਊਂਟ ਕਰਨੇ ਹੁੰਦੇ ਆ, ਇੱਧਰੋਂ ਵੀ 3 ਅਤੇ ਇੱਧਰੋਂ ਵੀ 3। ਠੀਕ ਆ, ਹੁਣ ਤੀਸਰੀ ਕੈਟੇਗਰੀ ਵੇਖੋ ਸੈਂਟਰ ਆਫ ਸਿਮੈਟਰੀ, ਜਿਹਨੂੰ ਕਹਿੰਦੇ ਇਨਵਰਜਨ ਸੈਂਟਰ। ਇਹਦਾ ਕੀ ਮਤਲਬ ਆ? ਸੈਂਟਰ ਆਫ ਸਿਮੈਟਰੀ ਇਜ਼ ਅ ਪੁਆਇੰਟ ਇਨ ਕ੍ਰਿਸਟਲ ਸਚ ਦੈਟ ਲਾਈਨ ਡਰॉ ਫਰੋਮ ਐਨੀ ਪੁਆਇੰਟ ਆਫ ਕ੍ਰਿਸਟਲ ਥਰੂ ਦਿਸ ਪੁਆਇੰਟ ਐਂਡ ਐਕਸਟੈਂਡ ਟੂ ਐਨ ਇਕੁਅਲ ਡਿਸਟੈਂਸ ਟੂ ਅਦਰ ਸਾਈਡ ਆਫ ਦੀ ਪੁਆਇੰਟ ਕਮਸ ਟੂ ਮੀਟ ਐਟ ਆਈਡੈਂਟੀਕਲ ਪੁਆਇੰਟ। ਸਿੰਪਲ ਜਿਹੀ ਗੱਲ ਦੱਸਦੀ ਮੈਂ, ਆਪਾਂ ਲਾਈਨ ਇੱਕ ਡਰॉ ਕਰੀਏ, ਠੀਕ ਆ, ਮੰਨ ਲਓ ਇੱਧਰ ਆਰ ਆ, ਇੱਕ ਬਣੇ ਪਲੱਸ ਦਾ ਅਤੇ ਇੱਕ ਬਣੇ ਮਾਈਨਸ ਦਾ। ਠੀਕ ਆ, ਅਤੇ ਜੇ ਮੈਂ ਚੇਂਜ ਵੀ ਕਰਾਂ ਅਤੇ ਜਿਹੜਾ ਉਹਦਾ ਸੈਂਟਰ ਆ ਉਹ ਤਾਂ ਸੇਮ ਹੀ ਰਹਿ ਜਾਣਾ ਜਿੱਥੇ ਅੱਧ ਹੋਣਾ। ਠੀਕ ਆ, ਉਹ ਕੀ ਹੋਊਗੀ ਫਿਰ ਮੇਰੇ ਕੋਲ ਇਨਵਰਜਨ ਸੈਂਟਰ। ਠੀਕ ਹੈ ਜੀ, ਆਹ ਸੀਗਾ ਆਪਣੇ ਕੋਲ ਫੁੱਲ ਫਲੈਜ ਕੁਐਸਚਨ, ਪੇਪਰ 'ਚ ਆਉਂਦਾ ਜੀ, ਇੰਪੋਰਟੈਂਟ ਆਰਟੀਕਲ ਆ, ਧਿਆਨ ਨਾਲ ਕਰ ਲਿਓ। ਠੀਕ ਹੈ, ਥੈਂਕ ਯੂ।